ਚੋਣ ਕਮਿਸ਼ਨ ਦੇ ਵੱਲੋਂ ਜੋ ਚੋਣ ਸਮੱਗਰੀ ਅਕਾਲੀ ਦਲ ਦੀ ਉੱਤੇ ਇਤਰਾਜ਼ ਚੁੱਕਦੇ ਹੋਏ ਉੱਤੇ ਰੋਕ ਲਗਾ ਦਿੱਤੀ। ਗੱਲ ਕਰਦੇ ਹਾਂ ਸਾਡੇ ਨਾਲ ਸਾਬਕਾ ਮੰਤਰੀ ਨੇ ਦਲਜੀਤ ਸਿੰਘ ਚੀਮਾ ਸਾਹਿਬ, ਕੀ ਇਤਰਾਜ਼ ਚੁੱਕਿਆ ਚੋਣ ਕਮਿਸ਼ਨ ਨੇ, ਕਿਹੜੀ ਸਮੱਗਰੀ ਸੀ ਤੇ ਰੋਕ ਲੱਗੀ? ਹੁਣ ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖ ਲਓ ਕਿ ਕਿਹੜੀ ਚੀਜ਼ ਹੈ ਜਿਹੜੀ ਕਿਸੇ ਧਰਮ ਦੇ ਖਿਲਾਫ ਹੈ, ਕਿਸੇ ਵਰਗ ਦੇ ਖਿਲਾਫ ਹੈ, ਕੋਈ ਜਾਤ ਪਾਤ ਨੂੰ ਉਤਸ਼ਾਹਿਤ ਕਰਦੀ ਹੈ, ਕੋਈ ਸ਼ਾਂਤੀ ਨੂੰ ਅਫੈਕਟ ਕਰਦੀ ਹੈ। ਇਹ ਸਾਰੇ ਹਲਕਾ ਸੰਗਰੂਰ ਦੇ ਵੋਟਰਾਂ ਨੂੰ ਬੰਦੀ ਵੀਰਾਂ ਦੀ ਰਿਹਾਈ ਦੀ ਅਪੀਲ ਹੈ। ਇਹਦੇ ਵਿੱਚ ਜਿਹੜੀ ਹੈਗੀ ਹੈ ਕਿਵੇਂ ਕੋਈ ਫਰਕ ਪੈ ਗਿਆ, ਵੱਖ-ਵੱਖ ਹੋ ਗਿਆ, ਬਾਕੀ ਚੀਜ਼ਾਂ ਕਿੱਥੋਂ ਆ ਗਈਆਂ। ਮੈਂ ਸਮਝਦਾ ਕਮਿਸ਼ਨ ਜਿਹੜਾ ਸਾਡਾ ਵਿਊ ਪੁਆਇੰਟ ਹੈ ਉਹਨੂੰ ਐਪਰੀਸ਼ੀਏਟ ਨਹੀਂ ਕਰਦਾ। ਸਮੱਗਰੀ ਤੇ ਵਰਡਿੰਗ ਕੀ ਲਿਖੀ ਹੋਈ ਹੈ? ਨਹੀਂ, ਵਰਡਿੰਗ ਦੇਖੋ ਲਗਾ 25 ਸਾਲ 30 ਸਾਲ 32 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਮੇਰੇ ਬੰਦੀ ਵੀਰਾਂ ਨੂੰ ਰਿਹਾ ਕਰਾਓ। ਮੇਰੇ ਵੀਰ ਜਿੰਦਾ ਸ਼ਹੀਦ ਭਾਈ ਰਾਜੋਆਣਾ ਦੇ ਗਲੇ 'ਚੋਂ ਫਾਂਸੀ ਦਾ ਫੰਦਾ ਲਵਾ। ਸਿਮਰਜੀਤ ਸਿੰਘ ਮਾਨ ਵੀ ਚੋਣ ਮੈਦਾਨ ਦੇ ਵਿੱਚ ਨੇ, ਉਹ ਵੀ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਨੇ। ਕਿਉਂ ਨਹੀਂ ਨੇਪਰੇ ਚੜੀ ਗੱਲਬਾਤ, ਇਕੱਠੇ ਮਿਲ ਕੇ ਚੋਣ? ਸਾਡੀ ਕੋਸ਼ਿਸ਼ ਤਾਂ ਇਹ ਸੀ ਕਿ ਜਿਹੜੀ ਸਾਰੇ ਜਥੇਬੰਦੀਆਂ ਦੀ ਇੱਕ ਸਾਂਝੀ ਐਤਕੀ ਰਾਏ ਬਣੀ ਹੈ ਕਿ ਤੁਸੀਂ ਵੀ ਉਹਦੇ 'ਚ ਸਾਥ ਦਿਓ, ਕਿਉਂਕਿ ਇਹ ਤਾਂ 1.5 ਸਾਲ ਵਾਸਤੇ ਇਲੈਕਸ਼ਨ ਹੈ। ਬਾਈ ਇਲੈਕਸ਼ਨ ਹੈ 2024 'ਚ ਫੇਰ ਹੋਣੀ ਹੈ, ਉਦੋਂ ਜਿਹੜਾ ਮਰਜ਼ੀ ਲੜ ਲਿਓ। ਹੁਣ ਘੱਟੋ ਘੱਟ ਇੱਥੇ ਇੱਕ ਵੱਡੇ ਕਾਜ ਵਾਸਤੇ ਸਾਰੇ ਫਰਕ ਭੁਲਾ ਕੇ ਅਸੀਂ ਇਕੱਠੇ ਹੋਈਏ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਅਕਾਲੀ ਦਲ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਸਾਂਝੇ ਉਮੀਦਵਾਰ ਦੇ ਤੌਰ ਤੇ। ਪਰ ਅੱਜ ਚੋਣ ਕਮਿਸ਼ਨ ਦੇ ਵੱਲੋਂ ਜੋ ਚੋਣ ਸਮੱਗਰੀ ਅਕਾਲੀ ਦਲ ਦੀ ਉੱਤੇ ਇਤਰਾਜ਼ ਚੁੱਕਦੇ ਹੋਏ ਉੱਤੇ ਰੋਕ ਲਗਾ ਦਿੱਤੀ। ਗੱਲ ਕਰਦੇ ਹਾਂ ਸਾਡੇ ਨਾਲ ਸਾਬਕਾ ਮੰਤਰੀ ਨੇ ਦਲਜੀਤ ਸਿੰਘ ਚੀਮਾ ਸਾਹਿਬ, ਕੀ ਇਤਰਾਜ਼ ਚੁੱਕਿਆ ਚੋਣ ਕਮਿਸ਼ਨ ਨੇ, ਕਿਹੜੀ ਸਮੱਗਰੀ ਸੀ ਤੇ ਰੋਕ ਲੱਗੀ ਹੈ? ਦੇਖੋ ਗੱਲ ਇਹ ਹੈ ਕਿ ਇਹ ਤਾਂ ਸਾਨੂੰ ਵੀ ਸਮਝ ਨਹੀਂ ਲੱਗੀ। ਆ ਸਾਡਾ ਬੇਸਿਕ ਜਿਹੜਾ ਪੋਸਟਰ ਹੈ ਇਹੀ ਮੈਟਰ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਬਾਕੀ ਤੇ। ਹੁਣ ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖ ਲਓ ਕਿ ਕਿਹੜੀ ਚੀਜ਼ ਹੈ ਜਿਹੜੀ ਕਿਸੇ ਧਰਮ ਦੇ ਖਿਲਾਫ ਹੈ, ਕਿਸੇ ਵਰਗ ਦੇ ਖਿਲਾਫ ਹੈ, ਕੋਈ ਜਾਤ ਪਾਤ ਨੂੰ ਉਤਸ਼ਾਹਿਤ ਕਰਦੀ ਹੈ, ਕੋਈ ਸ਼ਾਂਤੀ ਨੂੰ ਅਫੈਕਟ ਕਰਦੀ ਹੈ। ਇਹ ਸਾਰੇ ਹਲਕਾ ਸੰਗਰੂਰ ਦੇ ਵੋਟਰਾਂ ਨੂੰ ਬੰਦੀ ਵੀਰਾਂ ਦੀ ਰਿਹਾਈ ਦੀ ਅਪੀਲ ਹੈ। ਹੁਣ ਤਾਂ ਆਪ ਹੈਰਾਨ ਕਿ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਹੈ, ਭਾਈ ਰਾਜੋਆਣਾ ਦੀ ਫਾਂਸੀ ਦੇ ਫੰਦੇ ਤੋਂ ਬਚਾਉਣ ਦੀ ਗੱਲ ਕੀਤੀ ਹੈ। ਤੇ ਇਹਦੇ ਵਿੱਚ ਜਿਹੜੀ ਹੈਗੀ ਹੈ ਕਿਵੇਂ ਕੋਈ ਫਰਕ ਪੈ ਗਿਆ, ਵੱਖ-ਵੱਖ ਹੋ ਗਿਆ, ਬਾਕੀ ਚੀਜ਼ਾਂ ਕਿੱਥੋਂ ਆ ਗਈਆਂ। ਮੈਂ ਸਮਝਦਾ ਕਮਿਸ਼ਨ ਜਿਹੜਾ ਸਾਡਾ ਵਿਊ ਪੁਆਇੰਟ ਹੈ ਉਹਨੂੰ ਐਪਰੀਸ਼ੀਏਟ ਨਹੀਂ ਕਰ ਪਾਇਆ। ਚੰਗਾ ਹੁੰਦਾ ਜੇ ਸਾਨੂੰ ਬੁਲਾ ਲੈਂਦੇ, ਅਸੀਂ ਉਹਨਾਂ ਦੇ ਸਾਹਮਣੇ ਰੱਖਦੇ ਕਿ ਅਸੀਂ ਕਿਸੇ ਵੀ ਵਰਗ ਦੇ, ਉਹਨਾਂ ਨੇ ਕੋਈ ਕੱਲੀ ਕੋਈ ਸ਼ਬਦ ਤੇ ਨਹੀਂ ਇਤਰਾਜ਼ ਕੀਤਾ, ਸਗੋਂ ਸਾਨੂੰ ਬੁਲਾ ਲੈਂਦੇ, ਸਾਨੂੰ ਦੱਸਦੇ, ਅਸੀਂ ਸਮਝਦੇ ਗੱਲ ਨੂੰ, ਅਸੀਂ ਆਪਣਾ ਪੱਖ ਉਹਨਾਂ ਨੂੰ ਸਮਝਾ ਦਿੰਦੇ। ਪਰ ਚਲੋ ਉਹਨਾਂ ਨੇ ਇੱਕ ਤਰਫਾ ਲਿਖ ਕੇ ਭੇਜ ਦਿੱਤਾ, ਅਸੀਂ ਹੁਣ ਦੁਬਾਰਾ ਉਹਨਾਂ ਨੂੰ ਰਿਵਿਊ ਕਰਨ ਵਾਸਤੇ ਭੇਜਾਂਗੇ। ਸਮੱਗਰੀ ਤੇ ਵਰਡਿੰਗ ਕੀ ਲਿਖੀ ਹੋਈ ਹੈ? ਨਹੀਂ, ਵਰਡਿੰਗ ਦੇਖੋ ਲਗਾ 25 ਸਾਲ 30 ਸਾਲ 32 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਮੇਰੇ ਬੰਦੀ ਵੀਰਾਂ ਨੂੰ ਰਿਹਾ ਕਰਾਓ। ਮੇਰੇ ਵੀਰ ਜਿੰਦਾ ਸ਼ਹੀਦ ਭਾਈ ਰਾਜੋਆਣਾ ਦੇ ਗਲੇ 'ਚੋਂ ਫਾਂਸੀ ਦਾ ਫੰਦਾ ਲਵਾਓ। ਇਹ ਹੁਣ ਕਿਹਦੇ ਖਿਲਾਫ ਹੈ? ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ। ਇਹ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕੈਦੀ ਨੇ ਉਹਨਾਂ ਦੇ ਫੰਡਾਮੈਂਟਲ ਅਧਿਕਾਰਾਂ ਦਾ ਜਿਹੜਾ ਇਹ ਮਸਲਾ, ਇਹ ਮਾਨਵਤਾ ਦੀ ਲੜਾਈ ਹੈ। ਹੁਣ ਇਹ ਦੱਸੋ ਕਿ ਇਹਦੇ ਵਿੱਚੋਂ ਜਿਹੜੀ ਹੈ ਕਿਸੇ ਬੰਦੇ ਦੇ ਜਿਹਨੂੰ 30-32 ਸਾਲ ਤੋਂ ਜੇਲ੍ਹ 'ਚ ਬੈਠੇ ਹੋ ਗਏ, ਉਹਦੀ ਰਿਹਾਈ ਵਾਸਤੇ ਗੱਲ ਕਰਨਾ ਕਿਹਦੇ ਖਿਲਾਫ ਹੈ? ਹਾਂ, ਕਿਸੇ ਪੋਲੀਟੀਕਲ ਪਾਰਟੀ ਨੂੰ ਕੋਈ ਤਕਲੀਫ ਹੋਵੇ ਤੇ ਉਹਨੂੰ ਹੱਕ ਹੈ ਕਿ ਉਹ ਜਾ ਕੇ ਲੋਕਾਂ ਦੇ ਵਿੱਚ ਆਪਣੀ ਗੱਲ ਕਵੇ, ਅਸੀਂ ਜਵਾਬ ਦੇਵਾਂਗੇ। ਲੇਕਿਨ ਜੇ ਕਮਿਸ਼ਨ ਹੀ ਜਿਹੜੀ ਹੈ ਇਹ ਚੀਜ਼ ਦੀ ਇਜਾਜ਼ਤ ਨਾ ਦੇਗੇ, ਜਨਤਾ ਦੀ ਕਚਹਿਰੀ ਸਭ ਤੋਂ ਵੱਡੀ ਕਚਹਿਰੀ ਹੈ, ਪਬਲਿਕ ਸੁਪਰੀਮ ਹੈ, ਸੰਵਿਧਾਨ ਵੀ ਸਾਰੀ ਸ਼ਕਤੀ ਪਬਲਿਕ ਤੋਂ ਡਰਾ ਕਰਦਾ। ਜੇ ਕਿਤੇ ਹੋਰ ਇਨਸਾਫ ਨਹੀਂ ਮਿਲਦਾ, ਤੁਸੀਂ ਪਬਲਿਕ ਦੀ ਕਚਹਿਰੀ 'ਚ ਗੱਲ ਰੱਖਦੇ ਹੋ ਤੇ ਪਬਲਿਕ ਨੂੰ ਫੈਸਲਾ ਕਰਨ ਦਿਓ। ਕਮਿਸ਼ਨ ਨੂੰ ਸਗੋਂ ਜੇ ਕੋਈ ਇਤਰਾਜ਼ ਕਰਦਾ ਤਾਂ ਕਮਿਸ਼ਨ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਤੁਸੀਂ ਭਾਈ ਲੋਕਾਂ ਨੂੰ ਜਾ ਕੇ ਕਹੋ, ਉਹਨਾਂ ਨੇ ਆਪਣੀ ਗੱਲ ਰੱਖੀ ਹੈ, ਤੁਸੀਂ ਆਪਣੀ ਰੱਖੋ। ਚੋਣ ਕਮਿਸ਼ਨ ਨੇ ਲਿਖਿਆ ਕੀ ਹੈ ਸਮੱਗਰੀ ਦੇ? ਨਹੀਂ, ਮੈਂ ਵਰਡਿੰਗ ਤੁਹਾਨੂੰ ਪ੍ਰੈਸ ਕਾਨਫਰੰਸ ਪੜ੍ਹ ਕੇ ਸੁਣਾਈ ਆ, ਕੋਈ ਮੈਨੂੰ ਇਹਦੇ 'ਚ ਲਿਖਿਆ ਹੀ ਨਹੀਂ। ਉਹਦੇ 'ਚ ਕੋਈ ਡਿਸਕ੍ਰਿਪਸ਼ਨ ਆਫ ਦੀ ਪੋਸਟਰ ਹੋਰਡਿੰਗ ਡਜ਼ ਨਾਟ ਸੀਮ ਅਪਰੋਪਰੀਏਟ ਐਂਡ ਮੇ ਕਾਜ਼ ਐਗਨੀ ਐਂਡ ਅਨਸੈਸਰੀ ਅਨਰੈਸਟ ਇਨ ਪਬਲਿਕ। ਹੁਣ ਦੱਸੋ ਇਹ ਕੀ ਅਨਰੈਸਟ ਕਰੇਗੀ? ਜਿਹੜਾ ਜਮਹੂਰੀਅਤ ਦੇ ਵਿੱਚ ਮਾਨਵ ਅਧਿਕਾਰਾਂ ਦੀ ਗੱਲ ਕਰਨਾ, ਜੇ ਇਹਦੇ ਨਾਲ ਵੀ ਆਪਾਂ ਸਮਝਦੇ ਵੀ ਅਨਰੈਸਟ ਫੈਲਦਾ ਤੇ ਫਿਰ ਦੇਸ਼ ਬਚੇਗਾ ਕਿੱਦਾਂ? ਫਿਰ ਚੋਣ ਪ੍ਰਚਾਰ ਕਿਸ ਤਰ੍ਹਾਂ ਕਰੋਗੇ? ਕਿਉਂਕਿ ਰੋਕ ਤਾਂ ਪਹਿਲੀ ਲੱਗੀ ਕਿਹਾ ਕਿ ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਸਪੀਚ ਜਿਹੜਾ ਇੰਨਾ ਕੋਈ ਸੰਵਿਧਾਨ 'ਚ ਲਿਖਿਆ ਉਹ ਕਿੱਥੇ ਗਿਆ? ਜੇ ਤੁਸੀਂ ਪਬਲਿਕ 'ਚ ਗੱਲ ਹੀ ਨਹੀਂ ਰੱਖ ਸਕਦੇ ਕਿਸੇ ਦੀ ਬੇਇਨਸਾਫੀ ਦੀ, ਤੇ ਕੀ ਕਰੋਗੇ? ਇਲੈਕਸ਼ਨਾਂ ਕਾਹਦੇ ਵਾਸਤੇ? ਫਿਰ ਤਾਂ ਨਾ ਕਰਾਓ। ਅਗਲਾ ਕਦਮ ਕੀ ਰਹਿਣ ਵਾਲਾ ਹੁਣ ਅਕਾਲੀ ਦਲ ਦਾ, ਕੀ ਕਰੇਗਾ? ਪਹਿਲਾਂ ਤਾਂ ਅਸੀਂ ਤਾਂ ਦੇਖੋ ਹਮੇਸ਼ਾ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਕੀਤੀ,
ਲਾ ਅਬਾਈਡਿੰਗ ਪਾਰਟੀ ਹੈ, ਬੜਾ ਵੱਡਾ ਇਤਿਹਾਸਕ ਰੋਲ ਹੈ। ਅਸੀਂ ਤਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਐਮਰਜੈਂਸੀ 'ਚ ਸਭ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ। ਇਸ ਕਰਕੇ ਅੱਜ ਅਸੀਂ ਕਮਿਸ਼ਨ ਤੇ ਜਿਹੜੀ ਲੈਟਰ ਹੈ ਉਹਦਾ ਜਵਾਬ ਦੇਵਾਂਗੇ ਔਰ ਉਹਨੂੰ ਰਿਕੁਐਸਟ ਕਰਾਂਗੇ ਕਿ ਇਹਨੂੰ ਰੀਕਨਸੀਡਰ ਕਰੋ, ਔਰ ਸਾਨੂੰ ਉਮੀਦ ਆ ਉਹ ਕਰਨਗੇ। ਇਸ ਕਰਕੇ ਕਈ ਵਾਰੀ ਗੱਲ ਐਪਰੀਸ਼ੀਏਟ ਨਹੀਂ ਹੁੰਦੀ ਤੁਹਾਡੀ, ਅਸੀਂ ਆਪਣੇ ਪਰਸਪੈਕਟਿਵ ਤੋਂ ਜਦੋਂ ਬੇਨਤੀ ਕਰਾਂਗੇ ਤਾਂ ਸਾਨੂੰ ਉਮੀਦ ਹੈ ਕਿ ਉਹ ਇਸ 'ਤੇ ਕਰਨਗੇ। ਜੇ ਉਹ ਨਹੀਂ ਕਰਨਗੇ ਫਿਰ ਦੇਸ਼ ਦਾ ਕਮਿਸ਼ਨ ਹੈ। ਇਸ ਕਰਕੇ ਕੋਈ ਨਹੀਂ, ਇਹ ਲੀਗਲੀ ਅਸੀਂ ਸਬਮਿਟ ਕਰਾਂਗੇ ਉਹਨਾਂ ਨੂੰ ਆਪਣੀ ਰਿਕੁਐਸਟ, ਔਰ ਸਾਨੂੰ ਆਸ ਹੈ ਕਿ ਇਹਦੇ 'ਤੇ ਉਹ ਸਹੀ ਫੈਸਲਾ ਲੈਣਗੇ। ਸਿਮਰਜੀਤ ਸਿੰਘ ਮਾਨ ਵੀ ਚੋਣ ਮੈਦਾਨ ਦੇ ਵਿੱਚ ਨੇ, ਉਹ ਵੀ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਨੇ, ਕਿਉਂ ਨਹੀਂ ਨੇਪਰੇ ਚੜੀ ਗੱਲਬਾਤ, ਇਕੱਠੇ ਮਿਲ ਕੇ ਚੋਣ ਲੜਨ? ਅਸੀਂ ਤਾਂ ਕੋਸ਼ਿਸ਼ ਕੀਤੀ ਸੀ, ਸਾਡੇ ਪ੍ਰਧਾਨ ਸਾਹਿਬ, ਤੁਸੀਂ ਪਿਛਲੇ ਦਿਨ ਖਬਰਾਂ ਵੀ ਸ਼ਾਇਦ ਕੀਤੀਆਂ ਕਿ ਆਪ ਵੀ ਚੱਲ ਕੇ ਉਹਨਾਂ ਕੋਲ ਗਏ ਸੀ, ਬਾਕੀ ਲੀਡਰ ਸਾਹਿਬਾਨ ਵੀ ਗਏ ਸੀ। ਇਸ ਕਰਕੇ ਸਾਡੀ ਕੋਸ਼ਿਸ਼ ਤਾਂ ਇਹ ਸੀ ਕਿ ਜਿਹੜੀ ਸਾਰੇ ਜਥੇਬੰਦੀਆਂ ਦੀ ਇੱਕ ਸਾਂਝੀ ਐਤਕੀ ਰਾਏ ਬਣੀ ਹੈ ਕਿ ਤੁਸੀਂ ਵੀ ਉਹਦੇ 'ਚ ਸਾਥ ਦਿਓ, ਕਿਉਂਕਿ ਇਹ ਤਾਂ 1.5 ਸਾਲ ਵਾਸਤੇ ਇਲੈਕਸ਼ਨ ਹੈ, ਬਾਈ ਇਲੈਕਸ਼ਨ ਹੈ, 2024 'ਚ ਫੇਰ ਹੋਣੀ ਹੈ। ਉਦੋਂ ਜਿਹੜਾ ਮਰਜ਼ੀ ਲੜ ਲਿਓ। ਹੁਣ ਘੱਟੋ ਘੱਟ ਇੱਥੇ ਇੱਕ ਵੱਡੇ ਕਾਜ ਵਾਸਤੇ ਸਾਰੇ ਫਰਕ ਭੁਲਾ ਕੇ ਅਸੀਂ ਇਕੱਠੇ ਹੋਏ। ਮੀਟਿੰਗ ਤੋਂ ਬਾਅਦ ਸਿਮਰਜੀਤ ਮਾਨ ਦਾ ਬਿਆਨ ਆਉਂਦਾ, ਉਹ ਕਹਿੰਦੇ ਵੀ ਮਜ਼ਾਕ ਕਰਨਾ ਆਇਆ ਸੀ ਸੁਖਬੀਰ ਸਿੰਘ ਬਾਦਲ ਘਰ ਦੇ ਵਿੱਚ। ਨਹੀਂ, ਅਸੀਂ ਤਾਂ ਦਿਲੋਂ ਗਏ ਸੀ, ਉਹਨਾਂ ਦੀ ਫੀਲਿੰਗ ਹੋ ਸਕਦੀ ਹੈ, ਅਸੀਂ ਸਨਮਾਨ ਕਰਦੇ ਹਾਂ ਉਹਨਾਂ ਦਾ। ਅਸੀਂ ਹੁਣ ਵੀ ਕੋਸ਼ਿਸ਼ ਕਰਾਂਗੇ ਵੀ ਇਹ ਕਿਉਂਕਿ ਵੱਡੀ ਲੜਾਈ ਹੈ, ਇਹਦੇ 'ਚ ਜੇ ਇਕੱਠੇ ਹੋਵਾਂਗੇ ਤੇ ਇੱਕ ਬਹੁਤ ਵੱਡੀ ਵਿਕਟਰੀ ਜਿਹੜੀ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਉਹ ਹੋ ਸਕਦੀ। ਜਿਵੇਂ ਸਾਹਿਬ ਲਾਸਟ ਸਵਾਲ, ਮੁੱਖ ਮੰਤਰੀ ਦਾ ਹਲਕਾ ਸੰਗਰੂਰ ਆਮ ਆਦਮੀ ਪਾਰਟੀ ਦਾ ਗੜਾ, ਕਿੰਨੀ ਕੁ ਚੁਣੌਤੀ ਮੰਨਦੇ ਹੋ ਹਲਕੇ ਦੇ ਵਿੱਚ? ਦੇਖੋ, ਹੁਣ ਤਾਂ ਹਲਕੇ ਵਾਲੇ ਔਂਸੀਆਂ ਪਾ ਕੇ ਉਡੀਕਦੇ ਪਏ ਆ। ਕੱਲ੍ਹ ਜਿਹੜਾ ਪਹਿਲਾ ਚੌਂਕ ਹੈ ਚੰਡੀਗੜ੍ਹ ਵਾਲੇ ਪਾਸੇ, ਉੱਥੇ ਵੀ ਧਰਨਾ ਲੱਗਿਆ ਸੀ। ਉਸ ਤੋਂ ਅਗਲੇ ਚੌਂਕ 'ਤੇ ਮੈਂ ਗਿਆ, ਉੱਥੇ ਵੀ ਧਰਨਾ ਲੱਗਿਆ ਸੀ। ਮੁੱਖ ਮੰਤਰੀ ਸਾਹਿਬ ਦੀ ਜਿੱਥੇ ਕੋਠੀ ਹੈ ਉੱਥੇ ਵੀ ਧਰਨੇ ਲੱਗੇ। ਲੋਕੀ ਤਾਂ ਉਡੀਕਦੇ ਆ, ਲੋਕਾਂ ਨੂੰ ਚਾਅ ਆ ਕਿ ਮੁੱਖ ਮੰਤਰੀ ਸਾਹਿਬ ਆਉਣ ਤੇ ਉਹਨਾਂ ਨਾਲ ਗੱਲਬਾਤ ਕਰੀਏ, ਪਰ ਜਾਂਦੇ ਨਹੀਂ। ਹੁਣ ਪਤਾ ਨਹੀਂ ਕੀ ਗੱਲ, ਇਹ ਤਾਂ ਉਹਨਾਂ ਨੂੰ ਪੁੱਛੋ। ਸਨ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਇਹਨਾਂ ਦੇ ਵੱਲੋਂ ਸਾਫ਼ ਕਿਹਾ ਗਿਆ ਜੋ ਇਲੈਕਸ਼ਨ ਕਮਿਸ਼ਨ ਇਹਨਾਂ ਦੀ ਸਮੱਗਰੀ ਤੇ ਇਤਰਾਜ਼ ਚੁੱਕਿਆ, ਰੋਕ ਲਗਾਈ ਹੈ, ਉਸ ਦੇ ਲਈ ਦੁਬਾਰੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਣ ਜਾ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਨੇ। ਸਾਫ਼ ਕਿਹਾ ਕਿ ਅਸੀਂ ਕਿਸੇ ਵੀ ਧਰਮ ਦੀ ਉਲੰਘਣਾ ਨਹੀਂ ਕੀਤੀ, ਕੋਈ ਵੀ ਗਲਤ ਪ੍ਰਚਾਰ ਨਹੀਂ ਕਰ ਰਹੇ, ਸਮੱਗਰੀ ਦੇ ਉੱਤੇ ਲਿਖਿਆ ਹੋਇਆ ਜੋ ਬਿਲਕੁਲ ਸਹੀ ਹੈ। ਕੈਮਰਾਮੈਨ ਜੌਨਸਨ ਦੇ ਨਾਲ ਕੁਲਦੀਪ ਸਿੰਘ ਪੋੜੀ, D5 ਚੈਨਲ ਪੰਜਾਬੀ, ਚੰਡੀਗੜ੍ਹ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।